ਕਹਿੰਦਾ ਸੋਚਾਂ ਦੀ ਮਈਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਸੱਚ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਵੀ ਜੇ ਕਿਸਾਨੀ ਬਚਾਉਣੀ ਹੈ ਤੇ ਇਹ ਜਿਹੜੇ 3 ਬਿੱਲ ਤੋਂ ਕਾਨੂੰਨ ਬਣ ਗਏ ਨੇ ਵਾਪਸ ਹੋ ਜਾਣਗੇ ਤੇ ਪੰਜਾਬ ਦੀ ਕਿਸਾਨੀ ਬਚੇਗੀ। ਅਸੀਂ ਬੜੇ ਵੱਡੇ ਭੁਲੇਖੇ ਦੇ ਵਿੱਚ ਆ। ਮੈਂ ਕਿਹਾ ਜੀ ਮੁਆਵਜ਼ਾ ਕੋਈ ਮਿਲਿਆ? ਕਹਿੰਦੇ ਲਾਰਾ ਲੱਗਾ ਕਿ ਅਗਲੀ ਫਸਲ ਤਿਆਰ ਹੋ ਚੱਲੀ ਹੈ ਪਰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਜੇ ਅੱਜ ਜ਼ਮੀਰਾਂ ਦੀਆਂ ਆਵਾਜ਼ਾਂ ਦਬਾ ਗਏ ਨਾ, ਮੈਨੂੰ ਲੱਗਦਾ ਦੁਬਾਰਾ ਸ਼ਾਇਦ ਆਪਾਂ ਨੂੰ ਮੌਕਾ ਨਹੀਂ ਜਿੱਥੇ ਆਉਣਾ। ਵੀ ਜੜ ਫੜੋ, ਜਿੱਥੋਂ ਬਿੱਲ ਜੰਮਿਆ ਉੱਥੇ ਫੜੋ। ਜਿੰਨੇ ਵੀ ਵੀਰ ਭਰਾ ਇਸ ਮੋਰਚੇ ਦਾ ਹਿੱਸਾ ਬਣਨ ਦੇ ਲਈ ਇਕੱਤਰ ਹੋਏ ਹੋ, ਮੈਂ ਚਾਹਾਂਗਾ ਵੀ ਜਿਹੜੀ ਹਿਲਜੁਲ ਹੋਈ ਹੈ ਨਾ, ਇਹ ਥੋੜੀ ਜੀ ਆਪਾਂ ਬੰਦ ਕਰ ਦਿੱਤੀ ਜਾਵੇ। ਉਹਦਾ ਬੜਾ ਵੱਡਾ ਕਾਰਨ ਹੁੰਦਾ, ਕਈ ਵਾਰੀ ਪੋਲੀਟੀਕਲ ਲੀਡਰਸ ਜਦੋਂ ਆਉਂਦੇ ਨੇ ਨਾ, ਉਹ ਕਈ ਵਾਰੀ ਮੰਚ ਦੀ ਮਰਿਆਦਾ ਦਾ ਖਿਆਲ ਰੱਖਦੇ ਨੇ। ਨੋ ਡਾਊਟ ਉਹ ਆਉਂਦੇ ਨੇ, ਸ਼ਾਂਤਮਈ ਢੰਗ ਨਾਲ ਬਹਿੰਦੇ ਨੇ, ਬੋਲਦੇ ਨੇ, ਪਰ ਕਈ ਵਾਰੀ ਆਪਾਂ ਵਿਸ਼ੇਸ਼ ਤੌਰ ਤੇ VIP ਟ੍ਰੀਟਮੈਂਟ ਦੇਣ ਦੇ ਚੱਕਰ ਦੇ ਵਿੱਚ ਮਾਹੌਲ ਖਿੰਡਾ ਦਿੰਦੇ ਆ। ਹੁਣ ਜਦੋਂ ਇਸ ਤਰੀਕੇ ਦਾ ਮਾਹੌਲ ਬਣੇਗਾ, ਮੈਂ ਬੁਲਾਰਾ ਮਾਂ ਮੇਰੇ ਕੋਲ ਬੋਲਿਆ ਨਹੀਂ ਜਾਣਾ, ਉਹ ਆਨੰਦ ਜਿਹਾ ਨਹੀਂ ਆਉਣਾ। ਮੈਂ ਚਾਹਾਂਗਾ ਪੂਰੀ ਇਕਾਗਰਤਾ ਬਣਾਓ। ਸਾਰੇ ਮੇਰੇ ਨੌਜਵਾਨ ਵੀਰ ਥੋੜਾ ਜਿਹਾ ਆਜੋ, ਪੰਡਾਲ ਦਾ ਹਿੱਸਾ ਬਣ ਜਾਓ। ਆਜੋ ਮੇਰੇ ਭਰਾ, ਆਜੋ ਹਾਂ, ਪੰਡਾਲ ਦਾ ਹਿੱਸਾ ਬਣੋ। ਮਗਰਲੇ ਵੀ ਥੋੜਾ ਨੇੜੇ ਆਜੋ। ਇਧਰ ਖਿੰਡੇ ਪੁੰਡੇ ਸਾਰੇ ਮੇਰੇ ਭਰਾ ਇੱਧਰ ਆਜੋ। ਆਪਾਂ 7-8 ਮਿੰਟ ਲਾਵਾਂਗੇ, ਲੰਮਾ ਸਮਾਂ ਨਹੀਂ ਲਾਉਂਦੇ। ਤੇ ਸਾਰੇ ਮੇਰੇ ਵੀਰਾਂ ਨੂੰ ਵੀ ਬੇਨਤੀ ਹੈ, ਜਿਹੜੇ ਪੱਤਰਕਾਰ ਭਰਾ ਨੇ, ਮੈਂ ਤੁਹਾਡਾ ਹਿੱਸਾ ਵਾਂ, ਮੈਂ ਵੀ ਪੱਤਰਕਾਰ ਹਾਂ। ਆਪਾਂ ਇੱਕ ਮਾਹੌਲ ਦੇ ਵਿੱਚ ਗੱਲ ਨੂੰ ਸੁਣੀਏ। ਔਰ ਮੈਂ ਚਾਹਾਂਗਾ ਪਹਿਲਾਂ ਸਾਰੇ ਗੱਜ ਵੱਜ ਕੇ ਕਰੀਏ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵਿਦਵਾਨ ਨੇ ਬੜਾ ਪਿਆਰਾ ਲਿਖਿਆ ਹੈ, ਕਹਿੰਦਾ ਸੋਚਾਂ ਦੀ ਮਈਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਸੱਚ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਉਹਦੇ ਅਰਥ ਬੜੇ ਪਿਆਰੇ ਬਣਦੇ ਨੇ। ਕਹਿੰਦਾ ਜੇ ਸੱਚ ਬੋਲਾਂਗਾ ਤੇ ਦੁਨੀਆ ਮੇਰੇ ਵਿਰੋਧ ਵਿੱਚ ਆਵੇਗੀ। ਕਹਿੰਦਾ ਹੁਣ ਮੈਨੂੰ ਸੱਚ ਦੀ ਸਮਝ ਪੈ ਗਈ ਹੈ। ਜੇ ਸਮਝ ਪੈਣ ਤੋਂ ਬਾਵਜੂਦ ਕਹਿੰਦਾ ਮੈਂ ਸੱਚ ਨੂੰ ਲੁਕਾਵਾਂਗਾ ਤੇ ਕਹਿੰਦਾ ਕਿਤੇ ਨਾ ਕਿਤੇ ਮੈਂ ਆਪਣੇ ਅੰਦਰ ਮਰ ਜਾਵਾਂਗਾ। ਮੇਰੀ ਗੱਲ ਨੂੰ ਸਮਝਿਆ ਜੇ। ਮੈਂ ਕਿਸਾਨੀ ਮੁੱਦੇ ਤੇ ਆਵਾਂਗਾ, ਪਰ ਇੱਕ ਬਰੀਕੀ ਵਿੱਚੋਂ ਗੱਲ ਨੂੰ ਕੱਢਣੀ ਚਾਹੁੰਦਾ ਮੈਂ। ਮੰਨ ਲਓ ਕੋਈ ਸੱਜਣ ਮੇਰਾ ਮਿੱਤਰ ਹੈ, ਉਹਨੂੰ ਤੁਸੀਂ ਪੁੱਛੋਗੇ ਹਰਪ੍ਰੀਤ ਸਿੰਘ ਮਖੂ ਕਿਵੇਂ ਹੈ, ਉਹਨੇ ਕਹਿਣਾ ਬੰਦਾ ਬਹੁਤ ਵਧੀਆ। ਕੋਈ ਮੇਰੇ ਨਾਲ ਵਿਚਾਰਕ ਵਿਰੋਧ ਰੱਖਦਾ, ਉਹਨੂੰ ਪੁੱਛੋਗੇ ਹਰਪ੍ਰੀਤ ਸਿੰਘ ਮਖੂ ਕਿਵੇਂ ਹੈ, ਉਹ ਕਹਿੰਦਾ ਜੀ ਬੰਦਾ ਬਹੁਤ ਗੰਦਾ ਹੈ। ਹੁਣ ਇੱਕ ਚੀਜ਼ ਚੇਤੇ ਰੱਖਿਆ, ਜੇ ਜਿਹੋ ਜਿਹੀਆਂ ਵਿਚਾਰਾਂ ਨੂੰ ਪੁੱਛੋਗੇ ਮੇਰੇ ਬਾਰੇ ਦੱਸਣਗੇ, ਪਰ ਜੇ ਮੇਰੀ ਅੰਤਰ-ਆਤਮਾ ਦੀ ਗੱਲ ਕਰਾਂ ਤੇ ਖਿਆਲ ਕਰਿਆ ਜੇ ਉਹ ਮੇਰੇ ਚੰਗੇ ਤੋਂ ਵੀ ਜਾਣੂ ਹੈ, ਮੇਰੇ ਮਾੜੇ ਤੋਂ ਵੀ ਜਾਣੂ ਹੈ। ਇਸ ਕਰਕੇ ਸਾਨੂੰ ਆਪਣੇ ਆਪ ਦਾ ਜਿੰਨਾ ਪਤਾ ਹੁੰਦਾ, ਚੇਤੇ ਰੱਖਿਆ ਜੇ ਇਹਨਾਂ ਕਈ ਵਾਰੀ ਥਰਡ ਪਰਸਨ ਨੂੰ ਆਪਣੇ ਬਾਰੇ ਨਹੀਂ ਪਤਾ ਹੁੰਦਾ। ਆਪਣੇ ਨਜ਼ਰੀਏ ਦੇ ਨਾਲ ਕਈ ਵਾਰੀ ਵੇਖਣ ਦਾ ਯਤਨ ਕਰਨਾ ਪੈਣਾ। ਮੈਂ ਤਾਂ ਹੀ ਬੇਨਤੀਆਂ ਲੱਗਾ ਮੈਂ ਕਰਨ ਵੀ ਅੱਜ ਇੱਥੇ ਜਦੋਂ ਆਪਾਂ ਸਾਰੇ ਵਿਦਵਾਨ ਸੱਜਣ ਬੋਲਦੇ ਹਾਂ, ਪੋਲੀਟੀਕਲ ਲੀਡਰਸ ਬੋਲਦੇ ਨੇ, ਤੇ ਉਹਦੇ ਵਿੱਚ ਮੇਨ ਮੁੱਦਾ ਇਹੀ ਰੱਖਿਆ ਜਾ ਰਿਹਾ ਹੈ ਵੀ ਕੱਲਾ ਮਤ ਸਮਝੋ ਵੀ ਜੇ ਕਿਸਾਨੀ ਬਚਾਉਣੀ ਹੈ ਤੇ ਇਹ ਜਿਹੜੇ 3 ਬਿੱਲ ਤੋਂ ਕਾਨੂੰਨ ਬਣ ਗਏ ਨੇ ਵਾਪਸ ਹੋ ਜਾਣਗੇ ਤੇ ਪੰਜਾਬ ਦੀ ਕਿਸਾਨੀ ਬਚੇਗੀ। ਅਸੀਂ ਬੜੇ ਵੱਡੇ ਭੁਲੇਖੇ ਦੇ ਵਿੱਚ ਆ। ਖਿਆਲ ਕਰਿਆ ਜੇ ਪੰਜਾਬ ਦੀ ਕਿਸਾਨੀ ਬੜੇ ਲੰਮੇ ਸਮੇਂ ਤੋਂ ਡੁੱਬਦੀ ਆ ਰਹੀ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿੰਨੀਆਂ ਖੁਦਕਸ਼ੀਆਂ ਹੁੰਦੀਆਂ ਆ ਰਹੀਆਂ ਨੇ। ਮੈਂ ਉਸ ਇਲਾਕੇ ਦਾ ਰਹਿਣ ਵਾਲਾ ਮੈਂ ਜਿੱਥੇ ਅਕਸਰ ਚੌਥੇ 5ਵੇਂ ਸਾਲ ਪਾਣੀ ਆ ਜਾਂਦਾ ਹੈ। ਬੈਂਸ ਸਾਹਿਬ, ਸਾਡੇ ਇਲਾਕੇ ਦੇ ਵਿੱਚ ਪਾਣੀ ਆ ਜਾਂਦਾ, ਮਖੂ ਦੇ ਇਲਾਕੇ ਦੇ ਵਿੱਚ, ਤੇ ਮੈਂ ਪ੍ਰਦੇਸ਼ ਵਿੱਚ ਸਾਂ। ਤੇ ਮੈਂ ਆਪਣੇ ਪਿਤਾ ਜੀ ਨੂੰ ਕਾਲ ਕੀਤੀ ਕਿਉਂਕਿ ਪਤਾ ਮੈਨੂੰ ਵੀ ਲੱਗ ਗਿਆ ਸੀ ਕਿ ਮੇਰੇ ਇਲਾਕੇ ਵਿੱਚ ਪਾਣੀ ਆ ਚੁੱਕਾ ਹੈ। ਮੈਂ ਜਾਣ ਬੁੱਝ ਕੇ ਆਪਣੇ ਪਿਤਾ ਜੀ ਨੂੰ ਕਾਲ ਕਰਕੇ ਪੁੱਛਿਆ, ਮੈਂ ਕਿਹਾ ਪਿਤਾ ਜੀ ਕੀ ਹਾਲ ਚਾਲ ਨੇ? ਤੇ ਮੇਰੇ ਬਾਪ ਨੇ ਭਰੇ ਗਲ ਦੇ ਨਾਲ ਜਿਹੜਾ ਮੈਨੂੰ ਜਵਾਬ ਦਿੱਤਾ, ਮੈਨੂੰ ਕਹਿੰਦੇ ਆਪਣੇ ਖੇਤਾਂ ਦੇ ਵਿੱਚੋਂ 7 ਫੁੱਟ ਪਾਣੀ ਲੰਘਦਾ ਪਿਆ। ਧਿਆਨ ਦੇਣਾ, ਆਪਣੇ ਖੇਤਾਂ ਦੇ ਵਿੱਚੋਂ 7 ਫੁੱਟ ਪਾਣੀ ਲੰਘਦਾ ਪਿਆ। ਤੇ ਮੈਂ ਆਪਣੇ ਬਾਪ ਨੂੰ ਜਿਹੜਾ ਦਿਲਾਸਾ ਦਿੱਤਾ, ਕਿਉਂਕਿ ਸ਼ੁਰੂ ਤੋਂ ਜੇ ਉਹ ਮੈਨੂੰ ਦਿਲਾਸੇ ਦਿੰਦੇ ਆਏ ਨੇ, ਅੱਜ ਮੇਰਾ ਫਰਜ਼ ਬਣਦਾ ਸੀ। ਮੈਂ ਕਿਹਾ ਬਾਪੂ ਚਿੰਤਾ ਨਾ ਕਰੋ, ਤੁਹਾਡੇ 2 ਪੁੱਤਰ ਨੇ, ਦੋਵੇਂ ਅਸੀਂ ਬੁਲਾ ਰਹੇ ਹਾਂ। ਮੈਂ ਪ੍ਰਦੇਸ਼ ਵਿੱਚ ਬੈਠਾ ਮੈਂ, ਦੂਜਾ ਇੱਥੇ ਬੈਠਾ, ਚਿੰਤਾ ਨਹੀਂ ਕਰਨੀ, ਜੋ ਰੱਬ ਦੀ ਮੌਜ ਹੈ ਉਸ ਪ੍ਰਕਾਰ ਜਾਣ ਦਿਓ। ਮੈਂ ਵਾਪਸ ਆਇਆ। ਵਾਪਸ ਆ ਕੇ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ, ਧਿਆਨ ਦਿਆ ਜੇ, ਮੈਂ ਕਿਹਾ ਜੀ ਮੁਆਵਜ਼ਾ ਕੋਈ ਮਿਲਿਆ? ਕਹਿੰਦੇ ਲਾਰਾ ਲੱਗਾ ਕਿ ਅਗਲੀ ਫਸਲ ਤਿਆਰ ਹੋ ਚੱਲੀ ਹੈ ਪਰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਮੈਂ ਦੱਸਣਾ ਇਹ ਚਾਹੁੰਦਾ ਵੀ ਸਾਡੀ ਕਿਸਾਨੀ ਦੇ ਇਹ ਹਾਲਾਤ ਨੇ, ਤੇ ਜੇ ਮੁਆਵਜ਼ਾ ਸਾਡੇ ਕੋਲ ਆ ਵੀ ਜਾਂਦਾ ਹੈ, ਜੇ ਕਿੱਲੇ ਵਿੱਚੋਂ 50,000 ਦੀ ਫਸਲ ਨਿਕਲਣੀ ਹੈ ਨਾ, ਕਿਸਾਨ ਭਰਾਵੋ ਸੱਚ ਬੋਲਿਆ ਜੇ ਅੱਜ ਜ਼ਮੀਰਾਂ ਦੀਆਂ ਆਵਾਜ਼ਾਂ ਦਬਾ ਗਏ ਨਾ, ਮੈਨੂੰ ਲੱਗਦਾ ਦੁਬਾਰਾ ਸ਼ਾਇਦ ਆਪਾਂ ਨੂੰ ਮੌਕਾ ਨਹੀਂ ਜਿੱਥੇ ਆਉਣਾ। ਜੇ ਕੋਈ ਸਾਨੂੰ ਉੱਥੇ ਮੁਆਵਜ਼ਾ ਦੇਣ ਦੇ ਲਈ ਆਉਂਦਾ ਹੈ ਤੇ ਖਿਆਲ ਕਰਿਆ ਜੇ, ਮੈਂ ਬੜੀ ਹੈਰਾਨਗੀ ਹੋਈ ਇਸ ਚੀਜ਼ ਨੂੰ ਵੇਖ ਕੇ। ਮੈਂ ਬੜਿਆਂ ਨੂੰ ਕਿਹਾ, ਮੈਂ ਕਿਹਾ ਮੈਨੂੰ ਮੌਕਾ ਦਿਓ, ਮੈਂ ਭੈੜਾ ਬਣਨ ਨੂੰ ਤਿਆਰ ਹਾਂ, ਔਰ ਅਕਸਰ ਮੈਂ ਭੈੜਾ ਬਣਦਾ ਮੈਂ। ਮੈਂ ਕਿਹਾ ਵੀ ਮੈਨੂੰ ਇਹ ਗੱਲ ਦੱਸੋ ਵੀ ਹੁਣ ਕੀ ਦਿੱਕਤ ਆ ਰਹੀ ਹੈ। ਤੇ ਮੈਨੂੰ ਜਿਹੜਾ ਜਵਾਬ ਦਿੱਤਾ, ਸੁਣਿਆ ਜੇ ਕਿਸਾਨੀ ਕਈਆਂ ਪਾਸਿਆਂ ਤੋਂ ਮਰਦੀ ਪਈ ਹੈ, ਪਰ ਇਸ ਸਿਸਟਮ ਦੇ ਅੰਦਰ ਕਿਸਾਨੀ ਮਰਦੀ ਪਈ ਹੈ।
ਜੇ ਵੱਡੇ ਵੱਡੇ ਰੋਡ ਨਿਕਲਦੇ ਨੇ, ਪੋਲੀਟੀਕਲ ਬੰਦਿਆਂ ਨੂੰ ਪਹਿਲਾਂ ਪਤਾ ਲੱਗ ਜਾਂਦੇ ਨੇ, ਅਫਸਰਾਂ ਨੂੰ ਪਹਿਲਾਂ ਪਤਾ ਲੱਗ ਜਾਂਦੇ ਨੇ, ਆਪਣੀਆਂ ਜ਼ਮੀਨਾਂ ਦੇ ਸ਼ੇਅਰ ਉੱਥੇ ਰੱਖ ਲੈਂਦੇ ਨੇ। ਤੇ ਚੇਤੇ ਰੱਖਿਆ ਜੇ ਲੱਖਾਂ ਵਿੱਚ ਜ਼ਮੀਨ ਲੈ ਕੇ ਕਰੋੜਾਂ ਦੇ ਵਿੱਚ ਸੌਦੇ ਹੁੰਦੇ ਨੇ, ਕਿਹਨਾਂ ਨੂੰ ਨਹੀਂ ਪਤਾ ਆਪਾਂ ਨੂੰ। ਤੇ ਮੈਂ ਹੈਰਾਨ ਹੋ ਗਿਆ ਉਸ ਵੇਲੇ ਜਦੋਂ ਮੈਂ ਪੁੱਛਿਆ, ਮੈਂ ਕਿਹਾ ਜੀ ਹੁਣ ਕੀ ਦਿੱਕਤ ਆ ਰਹੀ ਹੈ? ਕਹਿੰਦੇ ਜੇ 10,000 ਮੁਆਵਜ਼ਾ ਆਇਆ ਨਾ, ਇੱਕ ਕਿੱਲੇ ਮਗਰ ਕਿੰਨਾ ਜੀ? 10,000 ਮੁਆਵਜ਼ਾ, 50,000 ਦੀ ਫਸਲ ਹੈ ਤੇ ਆਇਆ ਕਿੰਨਾ? 10,000। ਤੇ ਕਹਿੰਦੇ ਉਹਦੇ ਵਿੱਚੋਂ ਵੀ ਉਹ ਕਹਿੰਦੇ ਵੀ ਸਾਨੂੰ 2,000 ਪਰ ਏਕੜ ਕੈਸ਼ ਫੜਾ ਦਿਓ, ਜਿਹੜਾ ਚੈੱਕ ਤੁਹਾਡਾ 10,000 ਦਾ ਹੀ ਬਣੇਗਾ, ਉਹਦੇ ਵਿੱਚ ਕੋਈ ਡਾਊਟ ਵੀ ਨਹੀਂ। ਕਿਉਂਕਿ ਜੇ ਮੈਂ ਕੱਲ ਨੂੰ ਰੌਲਾ ਪਾਵਾਂਗਾ, ਅਗਲੇ ਕਹਿੰਦੇ ਤੇਰੇ ਅਕਾਊਂਟ ਦੇ ਵਿੱਚ ਇਹ ਦੱਸ ਵੀ 10,000 ਦਾ ਚੈੱਕ ਲੱਗਾ ਕਿ ਨਹੀਂ ਲੱਗਾ। 2,000 ਰੁਪਈਆ ਉੱਥੇ ਵੀ ਕਿਸਾਨਾਂ ਨੂੰ ਭਰਨਾ ਪੈਂਦਾ। ਕਿਸਾਨੀ ਬੜੇ ਬੁਰੇ ਹਾਲਾਤਾਂ ਦੇ ਵਿੱਚ ਹੈ ਔਰ ਲੰਮੇ ਸਮੇਂ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਜੂਝਦੀ ਆ ਰਹੀ ਹੈ। ਮੈਂ ਤਾਂ ਕਹਿੰਦਾ ਵੀ ਸਾਨੂੰ ਇੱਥੇ ਬੈਠ ਕੇ ਇਹੋ ਜਿਹੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ, ਜਿਵੇਂ ਦੀਪ ਸਿੱਧੂ ਵੀਰ ਨੇ ਬੜੀ ਸੋਹਣੀ ਇੱਕ ਗੱਲ ਕਹੀ ਵੀ ਜੜ ਫੜੋ, ਜਿੱਥੋਂ ਬਿੱਲ ਜੰਮਿਆ ਉੱਥੇ ਫੜੋ। ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣ ਲੱਗਾ, ਮੈਂ ਹਾਸ ਭਰਪੂਰ ਵੀ ਹੈ ਤੇ ਗੱਲ ਦੀ ਬਰੀਕੀ ਤੱਕ ਜਾਇਆ ਜੇ। ਸਾਡੇ ਵੀਰ ਬੈਂਸ ਸਾਹਿਬ ਬੈਠੇ ਨੇ, ਮੇਰੇ ਬੜੇ ਪਿਆਰੇ ਵੀਰ ਸਰਦਾਰ ਸਰੂਪ ਸਿੰਘ ਜੀ, ਬੜੇ ਉੱਚ ਕੋਟੀ ਦੇ ਢਾਡੀ ਬੈਠੇ ਨੇ, ਮੇਰਾ ਬੜਾ ਪਿਆਰ ਹੈ ਇਹਨਾਂ ਦੇ ਨਾਲ। ਮੈਂ ਘਟਨਾ ਪੜ੍ਹੀ, ਕਹਿੰਦੇ ਬੱਸ ਦੇ ਵਿੱਚ ਇੱਕ ਬੀਬੀ ਨੇ ਨਿਆਣਾ ਚੁੱਕਿਆ, ਬੜੇ ਪਿਆਰ ਦੇ ਨਾਲ ਗੱਲ ਨੂੰ ਸੁਣਿਆ ਜੇ। ਬੱਸ ਦੇ ਵਿੱਚ ਇੱਕ ਬੀਬੀ ਨੇ ਨਿਆਣਾ ਚੁੱਕਿਆ, ਨਿਆਣਾ ਰੋਈ ਜਾਵੇ ਤੇ ਬੀਬੀ ਪੁੱਛਦੀ ਹੈ, ਉਹ ਬੀਬੀ ਨੂੰ ਇੱਕ ਬੰਦਾ ਨਾਲ ਬੈਠਾ ਪੁੱਛਦਾ ਹੈ, ਕਹਿੰਦਾ ਨਿਆਣਾ ਰੋਂਦਾ ਕਿਉਂ ਹੈ? ਕਹਿੰਦੀ ਦੁੱਧ ਤੇ ਪਿਆਤਾ, ਕਹਿੰਦੀ ਸੌਣ ਨੂੰ ਰੋਂਦਾ ਕੌਣ ਹੈ? ਉਸ ਬੰਦੇ ਦਾ ਨਾਮ ਸੌਣ ਸਿੰਘ ਸੀ। ਤੇ ਜਦੋਂ ਬੀਬੀ ਨੇ ਕਿਹਾ ਵੀ ਸੌਣ ਨੂੰ ਰੋਂਦਾ, ਉਹਦੇ ਗੱਲ ਲੱਗ ਗਈ ਦਿਲ ਦੇ ਉੱਤੇ। ਕਹਿੰਦਾ ਰੋਵੇ ਆਪਣੇ ਜੰਮਣ ਵਾਲਿਆਂ ਨੂੰ, ਸੌਣ ਨੂੰ ਕਿਉਂ ਰੋਂਦਾ ਪਿਆ? ਧਿਆਨ ਦੇ ਅੱਜ। ਹੁਣ ਬੀਬੀ ਨੇ ਸੌਣ ਹੋਰ ਕਿਹਾ, ਉਹਨੂੰ ਸਮਝ ਹੋਰ ਲੱਗ ਗਈ। ਉਹ ਕਹਿੰਦਾ ਰੋਵੇ ਆਪਣੇ ਜੰਮਣ ਵਾਲਿਆਂ ਨੂੰ। ਚੇਤੇ ਰੱਖਿਆ ਜੇ ਬਿੱਲ ਜਿੱਥੋਂ ਜੰਮਿਆ ਸਾਨੂੰ ਉਹਨਾਂ ਨੂੰ ਰੋਣਾ ਪੈਣਾ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਪੈਣੀ। ਬਿੱਲ ਜਿੱਥੋਂ ਜੰਮਿਆ, ਜਿੱਥੋਂ ਆਇਆ। ਔਰ ਇਤਿਹਾਸ ਨੇ ਸਾਨੂੰ ਵਕਤ ਦੇ ਉੱਪਰ ਇਸ ਚੀਜ਼ ਆਪਣੀ ਰੱਖਣ ਦੇ ਉੱਪਰ ਸਟ੍ਰੈਟਜੀ ਦਿੱਤੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਮੈਂ ਚਲੋ ਗੱਲ ਨੂੰ ਸਮਝ ਆ ਜਾਏ। ਆਪਾਂ 5 ਮਿੰਟ ਦੇ ਵਿੱਚ ਸਮਾਪਤੀ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਨੇ ਤੇ ਖਿਆਲ ਕਰਿਆ ਜੇ ਵੇਖਦੇ ਨੇ ਕਿ ਬਾਬਰ ਕਿਸ ਤਰੀਕੇ ਨਾਲ ਕੰਮ ਕਰਦਾ ਪਿਆ, ਜ਼ੋਰ ਜ਼ਬਰਦਸਤੀ ਕਰਦਾ ਪਿਆ, ਪਰ ਪਤਾ ਨਹੀਂ ਕੀ ਕਾਰਨ ਹੈ। ਗੁਰੂ ਘਰ ਦੇ ਬੜੇ ਪਿਆਰੇ ਢਾਡੀ ਸਿੰਘਾਂ ਨੂੰ ਤੇ ਪਤਾ ਹੈ। ਕੁਝ ਲੋਕਾਂ ਨੇ ਉਹਨਾਂ 4 ਸ਼ਬਦਾਂ ਨੂੰ ਬਾਬਰ ਬਾਣੀ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਨਾਨਕ ਬਾਣੀ ਹੈ, ਇਹਨੂੰ ਬਾਬਰ ਬਾਣੀ ਨਾ ਕਿਆ ਕਰੋ। ਭੁਲੇਖਾ ਸਾਡੇ ਵਿੱਚ ਪਾ ਦਿੱਤਾ ਗਿਆ ਵੀ ਇਹ ਬਾਬਰ ਬਾਣੀ ਹੈ, ਪਰ ਥਾਏ ਬਾਬਰ ਹੈ, ਪਰ ਉਹ ਬਾਬਰ ਬਾਣੀ ਨਹੀਂ ਕਦੇ ਵੀ ਹੋ ਸਕਦੀ, ਉਹ ਨਾਨਕ ਬਾਣੀ ਹੈ। ਚੇਤੇ ਰੱਖਿਆ ਜੇ ਹਿਸਟਰੀ ਨੂੰ ਪੜ੍ਹ ਕੇ ਵੇਖੋ, ਜਦੋਂ ਬਾਬਰ ਆਪਣੀ ਮਨਮਰਜ਼ੀ ਕਰਦਾ ਹੈ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਵੇਲੇ ਉਹਦੇ ਪੁੱਟੇ ਹੋਏ ਕਦਮਾਂ ਦਾ ਵਿਰੋਧ ਕਰਦੇ ਨੇ। ਬਦਲੇ ਵਿੱਚ ਬਾਬੇ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇਲ੍ਹ ਵਿੱਚ ਜਾਣ ਦੇ ਵਿੱਚ ਵੀ ਅੰਤਰ ਹੈ। ਜੇ ਮੈਂ ਨਸ਼ਾ ਵੇਚਦਾ ਗਿਆ ਵਾਂ, ਚੇਤੇ ਰੱਖਿਆ ਜੇ ਮੈਨੂੰ ਸ਼ਰਮ ਆਉਂਦੀ ਹੈ, ਪਰਿਵਾਰ ਮੈਨੂੰ ਮਿਲਣ ਦੇ ਲਈ ਆਉਂਦਾ, ਮੁਲਾਕਾਤ ਦੇ ਲਈ ਆਉਂਦਾ, ਮੈਂ ਆਪਣੀ ਧੀ ਦੀਆਂ ਅੱਖਾਂ ਵਿੱਚ ਅੱਖ ਨਹੀਂ ਪਾ ਸਕਦਾ, ਮੈਂ ਆਪਣੀਆਂ ਭੈਣ ਦੀਆਂ ਅੱਖਾਂ ਵਿੱਚ ਅੱਖ ਨਹੀਂ ਪਾ ਸਕਦਾ। ਪਰ ਜੇ ਕਿਤੇ ਇਹੋ ਜਿਹੇ ਸੰਘਰਸ਼ ਦੇ ਦੌਰਾਨ ਮੈਂ ਗ੍ਰਿਫਤਾਰ ਹੋ ਜਾਣਾ ਵਾਂ ਤੇ ਪ੍ਰਾਊਡਲੀ ਮੈਂ ਲੋਕਾਂ ਨੂੰ ਮਿਲਾਂਗਾ ਤੇ ਇਹ ਵੀ ਗੱਲ ਐਲਾਨੀਆ ਕਹਾਂਗਾ, ਮੈਂ ਕੋਈ ਮਾੜਾ ਕੰਮ ਕਰਦਾ ਜੇਲ੍ਹ ਦੇ ਵਿੱਚ ਨਹੀਂ ਗਿਆ, ਮੈਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਦੁਹਰਾਇਆ ਹੈ। ਅਸੀਂ ਜੇਲ੍ਹ ਭਰੋ ਅੰਦੋਲਨ ਵੀ ਕੀਤੇ ਨੇ, ਅਸੀਂ ਇਹ ਸਾਰੇ ਕੰਮ ਕੀਤੇ ਨੇ। ਔਰ ਬਾਬੇ ਨੇ ਸਾਨੂੰ ਦੱਸਿਆ, ਉਸ ਵਕਤ ਮੂੰਹ ਦੇ ਉੱਤੇ ਗੱਲ ਕਹੀ। ਚੇਤੇ ਰੱਖਿਆ ਜੇ ਕਈ ਵਾਰੀ ਐਸਾ ਹੁੰਦਾ ਹੈ, ਮੈਂ ਬੋਲਾਂਗਾ ਨਾ, ਹੋ ਸਕਦਾ ਹੈ ਇਸ ਵੇਲੇ ਕੋਈ ਨਾ ਬੋਲੇ, ਮੇਰੇ ਜਾਣ ਤੋਂ ਬਾਅਦ ਕੋਈ ਕਹਿ ਦੇਵੇ ਨਹੀਂ ਮਖੂ ਤੇ ਟਾਈਮ ਪਾਸ ਕਰ ਗਿਆ। ਮੰਨ ਲਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਬਰ ਨੂੰ ਜਾਬਰ ਉਹਦੇ ਜਾਣ ਤੋਂ ਬਾਅਦ ਵੀ ਕਹਿ ਸਕਦੇ ਆ, ਪਰ ਮੇਰਾ ਬਾਬਾ ਕਹਿੰਦਾ ਨਹੀਂ, ਜਿਹੜਾ ਮੈਸੇਜ ਇੱਥੋਂ ਜਾਣਾ ਹੈ ਨਾ, ਚੇਤੇ ਰੱਖਿਆ ਜੋ ਬਾਅਦ ਵਿੱਚ ਨਹੀਂ ਜਾਣਾ। ਕਿਸੇ ਦੀ ਮੜੀ ਤੇ ਮੂਤਣ ਦਾ ਕੋਈ ਫਾਇਦਾ ਨਹੀਂ ਨਿਕਲਦਾ। ਮੇਰੇ ਬਾਬੇ ਨੇ ਮੂੰਹ ਦੇ ਉੱਪਰ ਕਿਹਾ, ਕਹਿਣ ਲੱਗੇ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਤੇ ਇਸੇ ਪ੍ਰਕਾਰ ਆਓ ਅਗਲੇ ਪਾਸੇ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਆਇਆ ਤੇ ਦੀਪ ਸਿੱਧੂ ਵੀਰ ਨੇ ਅਕਾਲ ਤਖਤ ਸਾਹਿਬ ਦਾ ਇੱਕ ਇਤਿਹਾਸਿਕ ਫੈਸਲਾ ਦੱਸਿਆ ਤੁਹਾਨੂੰ। ਮੈਂ ਉਹਨੂੰ ਥੋੜਾ ਜਿਹਾ ਗੱਲ ਨੂੰ ਵੱਡੀ ਲੱਗਾ ਮੈਂ ਕਰਨ, ਕੱਟਣ ਦੇ ਲਈ ਨਹੀਂ ਮੈਂ ਆਇਆ, ਮੈਂ ਤੁਹਾਡੀਆਂ ਗੱਲਾਂ ਨੂੰ ਵੱਡੀਆਂ ਕਰਨ ਦੇ ਲਈ ਆਇਆ। ਮੈਂ ਖਿਆਲ ਕਰਿਆ ਜੇ 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਤੱਕ ਕੀ ਹੁੰਦਾ ਹੈ, ਲੋਕ ਦਿੱਲੀ ਦੇ ਤਖਤ ਦੇ ਫੈਸਲੇ ਡੀਕਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸਾਡਾ ਆਪਣਾ ਤਖਤ ਹੋਵੇਗਾ, ਅਸੀਂ ਫੈਸਲੇ ਡੀਕਿਆ ਨਹੀਂ ਕਰਾਂਗੇ, ਅਸੀਂ ਫੈਸਲੇ ਆਪ ਦਿਆ ਕਰਾਂਗੇ। ਇਹ ਸਾਡੀ ਖੁਦ ਮੁਖਤਿਆਰੀ ਸੀ। ਹੁਣ ਅਗਲੇ ਪਾਸੇ ਆ ਜਾਓ, ਆਇਆ ਵਕਤ ਮੇਰੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ। ਤੇ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਆਇਆ, ਇੱਕ ਅੰਦਾਜ਼ਾ ਲਾਇਆ ਜੇ ਦੁਸ਼ਮਣ ਆਪਣੀ ਬਹੁਤ ਵੱਡੀ ਚਾਲ ਦੇ ਉੱਪਰ ਹੈ। ਕਹਿੰਦਾ ਵੀ 4 ਚਫੇਰੇ ਤੋਂ ਬੜਾ ਵੱਡਾ ਘੇਰਾ ਪਾ ਦਿਆਂ, ਅੰਦਰ ਰਸਤਾ ਮੁੱਕ ਜਾਣਗੀਆਂ,
ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਛੱਡਿਆ, ਸਿਧਾਂਤ ਨਹੀਂ ਛੱਡਿਆ। ਇਹ ਚੇਤੇ ਰੱਖਣ ਵਾਲੀ ਗੱਲ ਹੈ। ਬੜੀ ਗੱਲ ਨੂੰ ਬਰੀਕੀ ਵਿੱਚ ਸਮਝੋ ਇਤਿਹਾਸ ਨੂੰ। ਇਤਿਹਾਸ ਪਲ ਪਲ ਤੇ ਤੁਹਾਡੀ ਅਗਵਾਈ ਕਰਦਾ ਹੈ। ਹਾਂ, ਵੱਖਰੀ ਗੱਲ ਹੈ ਕਿ ਸਾਡੇ ਸੁਣਾਉਣ ਦੇ ਢੰਗ ਉਹ ਨਹੀਂ ਰਹੇ, ਸਾਡੀ ਪੇਸ਼ਕਾਰੀ ਨਹੀਂ ਰਹੀ, ਸਾਡਾ ਅੰਦਾਜ਼ੇ ਬਿਆਨ ਨਹੀਂ ਰਿਹਾ, ਸਾਡੀ ਪ੍ਰੈਜੈਂਟੇਸ਼ਨ ਉਹ ਨਹੀਂ ਰਹੀ, ਪਰ ਹਿਸਟਰੀ ਪਲ ਪਲ ਤੇ ਤੁਹਾਡੀ ਅਗਵਾਈ ਕਰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਛੱਡਿਆ, ਕਿਲਾ ਛੱਡਿਆ, ਸਿਧਾਂਤ ਨਹੀਂ ਛੱਡਿਆ, ਅੰਦਰ ਦਾ ਆਨੰਦ ਬਾਬੇ ਨੇ ਨਹੀਂ ਛੱਡਿਆ। ਖਿਆਲ ਕਰਿਆ ਜੇ ਅਗਲਾ ਪਾਸਾ ਆ ਜਾਂਦਾ ਹੈ। ਮੈਂ ਇੱਕ ਦਿਨ ਉਸ ਪਾਸੇ ਗਿਆ ਤੇ ਜਦੋਂ ਮੈਂ ਦਰਸ਼ਨ ਦਿਦਾਰੇ ਕਰਦਾ ਪਿਆ ਸਾਂ ਨਾ, ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ, ਮੈਂ ਤੁਹਾਡੇ ਨਾਲ ਉਹ ਸਾਂਝਾ ਕਰਕੇ ਵਿਸ਼ੇ ਨੂੰ ਸਮਾਪਤੀ ਵੱਲ ਲੈ ਕੇ ਲੱਗਾ ਮੈਂ ਜਾਣ। ਮੈਂ ਨਹਿਰ ਦੇ ਕੰਢੇ ਤੇ ਸਾਂ, ਇੱਕ ਪਾਸੇ ਮੈਂ ਦੇਖ ਰਿਹਾ ਮੈਂ ਚਮਕੌਰ ਸਾਹਿਬ ਦੀ ਧਰਤੀ ਨੂੰ। ਦੇਖਦੇ ਦੇਖਦੇ ਮੇਰੇ ਮਨ ਦੇ ਵਿੱਚ ਖਿਆਲ ਆਇਆ, ਮੈਂ ਕਿਹਾ ਕਿੱਡਾ ਵੱਡਾ ਜ਼ਿਗਰਾ ਹੋਵੇਗਾ ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਦੇ ਨਾਲ, ਖਿਆਲ ਕਰਕੇ ਵੇਖਿਆ ਜੇ ਧੀਆਂ ਪੁੱਤਾਂ ਵਾਲਿਓ, ਆਪਣੇ ਜ਼ਿਗਰੇ ਤੇ ਖੱਤ ਰੱਖ ਕੇ ਵੇਖਣਾ। ਮੰਨ ਲਓ ਮੇਰਾ ਨਿਆਣਾ ਮੈਨੂੰ ਕਹਿ ਦੇਵੇ ਨਾ, ਪਾਪਾ ਮੈਂ ਬਿਮਾਰ ਹੋ ਗਿਆ ਮੈਂ ਆਪਣੀ ਦੱਸਦਾ, ਮੈਂ ਮੋਰਚਾ ਛੱਡ ਕੇ ਵਾਪਸ ਚਲਾ ਜਾਵਾਂਗਾ, ਮੈਂ ਕਹਾਂਗਾ ਆਪਣਾ ਬੱਚਾ ਦੇਖਣਾ ਮੈਂ। ਹਾਂ, ਹਕੀਕਤ ਹੈ, ਇਹ ਤੁਹਾਡੇ ਮੇਰੇ ਤੇ ਵੀ ਇਸ ਪ੍ਰਕਾਰ ਆ ਸਕਦੀ ਹੈ। ਪਰ ਕਲਗੀਧਰ ਪਿਤਾ ਮਹਾਰਾਜ ਨੇ ਉਸ ਵੇਲੇ ਇੱਕ ਚੇਤੇ ਰੱਖਿਆ ਜੇ ਆਨੰਦਪੁਰ ਛੱਡਿਆ, ਪਰਿਵਾਰ ਛੱਡਿਆ, ਉਹ ਕਿੱਡੀ ਵੱਡੀ ਸੋਚ ਸੀ, ਜਿਹੜੀ ਸੋਚ ਬਚਾਈ ਤੇ ਬਚਾ ਕੇ ਤੁਹਾਡੀ ਮੇਰੀ ਝੋਲੀ ਦੇ ਵਿੱਚ ਪਾਤੀ। ਉਹ ਅੱਜ ਸੋਚ ਕਿੱਥੇ ਆ ਮੈਨੂੰ ਦੱਸ ਕੇ ਜਾਇਆ ਅੱਜ। ਅੰਦਾਜ਼ਾ ਤੇ ਕਦੀ ਲਾ ਕੇ ਵੇਖੋ, ਅੰਦਾਜ਼ਾ ਕਦੀ ਲਾ ਕੇ ਵੇਖੋ। ਮੇਰੇ ਵੀਰ ਰਟੌਲ ਸਾਹਿਬ ਬੜਾ ਮੈਨੂੰ ਪਿਆਰ ਕਰਦੇ ਨੇ, ਬੈਂਸ ਸਾਹਿਬ ਦੀ ਪਾਰਟੀ ਦੇ ਨਾਲ ਨੇ, ਪਰ ਮੈਂ ਜਦੋਂ ਉਧਰ ਜਾਣਾ ਵਾਂ ਮੈਨੂੰ ਲੰਗਰ ਪ੍ਰਸ਼ਾਦਾ ਸ਼ਿਕਾਇਤ ਬਣਾ ਨਹੀਂ ਭੇਜਦੇ। ਮੈਂ ਉੱਥੋਂ ਦੀ ਜੇ ਤੁਹਾਨੂੰ ਇੱਕ ਛੋਟੀ ਜੀ ਘਟਨਾ ਦੀ ਸਾਂਝ ਕਰਵਾਵਾਂ, ਕਿਹਾ ਜਾਂਦਾ ਹੈ ਵੀ ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਿਆਂ ਦਾ ਇਤਿਹਾਸ ਨੂਰੇ ਦੇ ਕੋਲੋਂ ਸੁਣਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਾਹੀ ਦੀ ਜੜ ਪੁੱਟੀ ਤੇ ਕਹਿ ਦਿੱਤਾ ਸੀ ਇਸ ਵੇਲੇ ਇਹਨਾਂ ਜ਼ਾਲਮਾਂ ਦੀ ਜੜ ਪੁੱਟੀ ਗਈ ਹੈ। ਮੈਂ ਇੱਥੇ ਇੱਕ ਛੋਟੀ ਜੀ ਬੇਨਤੀ ਕਰਦੇ ਹਾਂ, ਕਿਤੇ ਇਹ ਨਾ ਸੋਚਿਆ ਜੇ ਵੀ ਉਹ ਡਿਸੀਜਨ ਇੱਕ ਮੋਹ ਦੇ ਵਿੱਚੋਂ ਨਿਕਲਿਆ ਸੀ ਵੀ ਆਪਣੇ ਬੱਚਿਆਂ ਦਾ ਸਵਾਲ ਹੈ। ਖਿਆਲ ਕਰਿਆ ਜੀ, ਇਤਿਹਾਸ ਨੂੰ ਬੜੀ ਬਰੀਕੀ ਵਿੱਚ ਜਾ ਕੇ ਪੜੋ। ਜਿੱਡਾ ਤੁਹਾਡਾ ਮਹਾਨ ਇਤਿਹਾਸ ਹੈ ਨਾ, ਉਹਨੂੰ ਉਸ ਪੱਧਰ ਤੇ ਜਾ ਕੇ ਦੇਖਣ ਦਾ ਯਤਨ ਕਰੋ। ਸੱਚੇ ਪਾਤਸ਼ਾਹ ਨੇ ਇਸ ਕਰਕੇ ਨਹੀਂ ਸੀ ਕਿਹਾ ਵੀ ਇਹਨਾਂ ਦੀ ਜੜ ਪੁੱਟੀ ਗਈ ਹੈ, ਵੀ ਇਹਨਾਂ ਨੇ ਮੇਰੇ ਬੱਚੇ ਸ਼ਹੀਦ ਕੀਤੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਇਹਨਾਂ ਨੇ ਬਾਪ ਦਾ ਬਦਲਾ ਉਹਦੇ ਬੱਚਿਆਂ ਦੇ ਕੋਲੋਂ ਲਿਆ। ਸੱਚੇ ਪਾਤਸ਼ਾਹ ਕਹਿੰਦੇ ਇੱਥੇ ਬਸ ਨਹੀਂ, ਇਹ ਕੁਦਰਤ ਦੇ ਨਿਯਮ ਦੇ ਉਲਟ ਚੱਲੇ ਨੇ। ਜਦੋਂ ਵੀ ਕੋਈ ਕਾਦਰ ਦੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਨਾ, ਚੇਤੇ ਰੱਖਿਆ ਜੇ ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ, ਤਖਤੇ ਪਲਟੇ ਜਾਂਦੇ ਨੇ। ਚੇਤੇ ਰੱਖਿਆ ਜੇ ਅੱਜ ਵੀ ਸਾਡੀ ਕਿਸਾਨੀ ਅੱਜ ਦੀ ਨਹੀਂ, ਇਹ ਗੁਰੂ ਕਾਲ, ਜੇ ਇਸ ਤੋਂ ਵੀ ਪਿੱਛੇ ਚਲੇ ਜਾਈਏ, ਸਾਡੀਆਂ ਸੱਭਿਅਤਾਵਾਂ ਦੀ ਗੱਲ ਕਰ ਲਈਏ, ਉਦੋਂ ਤੋਂ ਚੱਲੀ ਆ ਰਹੀ ਹੈ। ਜੇ ਅੱਜ ਸਾਡੀ ਕੋਈ ਖੇਤੀ ਦੇ ਅੰਦਰ, ਸਾਡੀਆਂ ਜ਼ਮੀਨਾਂ ਦੇ ਅੰਦਰ ਕੋਈ ਇਹੋ ਜਿਹੇ ਬਦਲਾਅ ਕਰਦਾ ਹੈ ਤੇ ਅਸੀਂ ਇਹ ਗੱਲ ਐਲਾਨੀਆਂ ਕਹਿ ਦੇਣੇ ਚਾਹੁੰਦੇ ਹਾਂ, ਉਹਨਾਂ ਦੀਆਂ ਵੀ ਜੜ੍ਹਾਂ ਪੁੱਟੀਆਂ ਜਾਣਗੀਆਂ ਤੇ ਤਖਤੇ ਪਲਟੇ ਜਾਣਗੇ। ਇੰਨਾ ਕੁਝ ਕਹਿੰਦਾ ਹੋਇਆ ਹੀ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹੋ ਜਾਣਾ ਵਾਂ। ਬੁਲਾਰੇ ਵੀ ਬੜੇ ਨੇ ਤੇ ਸਾਡੇ ਵੀਰਾਂ ਨੇ ਬੜੀ ਦੂਰ ਤੱਕ ਜਾਣਾ ਹੈ। ਸਭਨਾਂ ਦਾ ਧੰਨਵਾਦ, ਦੀਪ ਸਿੱਧੂ ਵੀਰ ਦਾ ਧੰਨਵਾਦ। ਬੜੀ ਸੁਚੱਜੀ ਅਗਵਾਈ ਕਰਦੇ ਨੇ, ਵਿਵੇਕ ਦੇ ਵਿੱਚ ਬੋਲਦੇ ਨੇ, ਘੱਟ ਬੋਲਦੇ ਨੇ, ਕਿਉਂਕਿ ਜਿਹੜਾ ਬੰਦਾ ਜ਼ਿਆਦਾ ਬੋਲੇ ਨਾ ਉਹਦੇ ਕੋਲ ਗਲਤੀਆਂ ਦੀ ਗੁੰਜਾਇਸ਼ ਜ਼ਿਆਦਾ ਹੁੰਦੀ ਹੈ। ਤੇ ਜਦੋਂ ਆਪਣੀ ਗੱਲ ਕਹਿ ਕੇ ਫਿਰ ਵਾਪਸ ਲੈਣੀ ਪੈਂਦੀ ਹੈ ਨਾ, ਅੱਧੇ ਬੰਦੇ ਉਦੋਂ ਟੁੱਟ ਜਾਂਦੇ ਨੇ। ਮੇਰੇ ਉਸਤਾਦ ਕਹਿੰਦੇ ਬੇਟਾ ਆਡੀਅנס ਤਿੰਨ ਤਰ੍ਹਾਂ ਦੀ ਹੈ, ਇੱਕ ਹੁੰਦੇ ਤੁਹਾਡੇ ਪੱਕੇ ਸਮਰਥਕ, ਇੱਕ ਹੁੰਦੇ ਤੁਹਾਡੇ ਕੱਟੜ ਵਿਰੋਧੀ। ਤੇ ਮੈਂ ਹੱਥ ਜੋੜ ਕੇ ਪੁੱਛਿਆ, ਮੈਂ ਕਿਹਾ ਜੀ ਤੀਜੇ ਕਿਹੜੇ? ਕਹਿੰਦੇ ਬੇਟੇ ਜਿਹੜੇ ਵਿੱਚ ਵਿਚਾਲੇ ਹੁੰਦੇ ਨੇ, ਜੇ ਤੇ ਤੁਹਾਡੀ ਦਲੀਲ ਪ੍ਰਭਾਵਿਤ ਕਰ ਗਈ ਤੇ ਤੁਹਾਡੇ ਵਾਲੇ ਪਾਸੇ ਹੈ, ਜੇ ਤੁਹਾਡੀ ਦਲੀਲ ਉਹਨਾਂ ਨੂੰ ਪ੍ਰਭਾਵਿਤ ਨਾ ਕਰ ਸਕੀ ਤਾਂ ਦੂਜੇ ਪਾਸੇ ਵੀ ਹੋ ਜਾਂਦੇ ਹੈ। ਸੋ ਮੈਂ ਆਸ ਕਰਦਾ ਵਾਂ ਵੀ ਇੱਥੋਂ ਬਹੁਤ ਕੁਝ ਅੱਛਾ ਡਿਲੀਵਰ ਕੀਤਾ ਜਾ ਰਿਹਾ ਹੈ ਔਰ ਤੁਹਾਡੇ ਅੰਦਰ ਉਹ ਵਿਵੇਕ ਭਰਿਆ ਜਾ ਰਿਹਾ ਵੀ ਇੱਕ ਫੈਸਲਾ ਤੇ ਛੱਡੋ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਔਕੜ ਆਉਂਦੀ ਹੈ ਤੇ ਤੁਸੀਂ ਉਹਨਾਂ ਸਾਰੀਆਂ ਔਕੜਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਂਦੇ ਹੋ। ਇੰਜ ਕਹਿ ਲਵਾਂ ਵੀ ਧੀਆਂ ਨੂੰ ਜਿਵੇਂ ਲੋਕੀ ਕਹਿੰਦੇ ਦਾਜ ਨਾ ਦਿਓ, ਕਹਿੰਦੇ ਫੇਰ ਕੀ ਦਈਏ, ਕਹਿੰਦੇ ਸੰਸਕਾਰ ਦਿਓ ਵੀ ਘਰ ਕਿਵੇਂ ਵੱਸਦਾ ਹੈ। ਅਸੀਂ ਤੁਹਾਨੂੰ ਲਾਰੇ ਨਹੀਂ ਦੇਣੇ, ਤੁਹਾਨੂੰ ਐਸੇ ਤਰੀਕੇ ਨਾਲ ਤਿਆਰ ਕਰ ਦੇਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੁਕਾਬਲੇ ਕਿਵੇਂ ਕਰੀਦੇ ਹੁੰਦੇ ਨੇ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਮੈਂ ਚਾਹਾਂਗਾ ਫਤਿਹ ਦਾ ਜਵਾਬ ਗੱਜ ਕੇ ਦਿਆ ਜੇ, ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।